ਅੱਜ ਅਸੀਂ 10ਵੀਂ ਜਮਾਤ ਦੀ ਭੂਗੋਲ ਦੀ ਕਿਤਾਬ ਦੇ ਪਹਿਲੇ ਪਾਠ ਭਾਰਤ ਇੱਕ ਜਾਣ ਪਛਾਣ ਪੜ੍ਹਾਂਗੇ, ਤਸਵੀਰਾਂ ਰਾਹੀਂ ਦੇਖਾਂਗੇ, ਸਮਝਾਂਗੇ ਅਤੇ ਨਾਲ ਹੀ ਉਹਦੇ ਪ੍ਰਸ਼ਨਾਂ ਦੇ ਉੱਤਰ ਵੀ ਕਰਾਂਗੇ। ਬੱਚਿਓ, ਜਿਵੇਂ ਸਾਨੂੰ ਨਾਂ ਤੋਂ ਹੀ ਸਾਡੇ ਨੂੰ ਪਤਾ ਲੱਗੀ ਜਾਂਦਾ ਹੈ, ਭਾਰਤ ਇੱਕ ਜਾਣ ਪਛਾਣ। ਅੱਜ ਅਸੀਂ ਆਪਣੇ ਦੇਸ਼ ਭਾਰਤ ਨਾਲ ਜਾਣ ਪਛਾਣ ਕਰਾਂਗੇ, ਉਹਦੇ ਬਾਰੇ ਜਾਣਾਂਗੇ। ਜਦੋਂ ਸਾਡੇ ਭਾਰਤ ਦੇਸ਼ ਦੀ ਗੱਲ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਅੱਜ ਇੱਕ ਗੱਲ ਹੋਰ ਹੁੰਦੀ ਹੈ ਕਿ ਅੱਜ ਸਾਡਾ ਭਾਰਤ ਹੈ ਜਿਹੜਾ ਉਹ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਇਹ ਏਸ਼ੀਆ ਮਹਾਂਦੀਪ ਵਿੱਚ ਸਥਿਤ ਹੈ ਔਰ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ। ਦੱਖਣ ਦਾ ਇਹ ਭੂ ਭਾਗ ਅਤੇ ਜਨਸੰਖਿਆ ਵਾਲਾ ਦੇਸ਼ ਜਿਹੜਾ ਆਪਣੀ ਪੁਰਾਣੀ ਵਿਰਾਸਤੀ ਪਰੰਪਰਾਵਾਂ ਨੂੰ ਨਾਲ ਰੱਖਦੇ ਹੋਏ ਹੌਲੀ ਹੌਲੀ ਪਰਿਵਰਤਨ ਯੁੱਗ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਤਾਪਕ੍ਰਮ ਵਿੱਚ ਇੰਨੀ ਜ਼ਿਆਦਾ ਭਿੰਨਤਾ ਮਿਲਦੀ ਹੈ ਕਿ ਇੱਥੇ ਦੁਨੀਆ ਦੀ ਹਰ ਫਸਲ ਪੈਦਾ ਕੀਤੀ ਜਾ ਸਕਦੀ ਹੈ। 121 ਕਰੋੜ ਤੋਂ ਵੀ ਵੱਧ ਜਨਸੰਖਿਆ ਵਾਲੇ ਇਸ ਦੇਸ਼ ਵਿੱਚ ਲਗਭਗ 6 ਲੱਖ ਪਿੰਡਾਂ ਅਤੇ 5000 ਤੋਂ ਵੀ ਵੱਧ ਕਸਬੇ ਅਤੇ ਸ਼ਹਿਰਾਂ ਵਿੱਚ ਵਸੀ ਹੋਈ ਹੈ। ਪਹਿਲਾਂ ਇਹ 29 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੀ ਹੋਈ ਸੀ, ਪਰ ਹੁਣ ਇਹ ਬਦਲ ਕੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੀ ਹੋਈ ਹੈ। ਇਹਦੇ ਵਿੱਚ ਅਨੇਕਾਂ ਹੀ ਧਰਮਾਂ ਜਾਤਾਂ ਦੇ ਲੋਕ ਸਦੀਆਂ ਤੋਂ ਇੱਥੇ ਮਿਲ ਜੁਲ ਕੇ ਰਹਿ ਰਹੇ ਨੇ। ਆਜ਼ਾਦੀ ਤੋਂ ਬਾਅਦ ਭਾਰਤ ਨੇ ਲੋਕਤੰਤਰ, ਧਰਮ ਨਿਰਪੱਖਤਾ ਅਤੇ ਸਮਾਜਵਾਦ ਨੂੰ ਆਪਣੀ ਰਾਸ਼ਟਰੀ ਨੀਤੀ ਦਾ ਆਧਾਰ ਬਣਾ ਕੇ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਨੇ ਪਿਛਲੀ ਸਦੀ ਦੇ 6ਵੇਂ ਦਹਾਕੇ ਵਿੱਚ ਹਰੀ ਕ੍ਰਾਂਤੀ ਦੁਆਰਾ ਉਤਪਾਦਨ ਕਰਕੇ ਹੈਰਾਨੀਜਨਕ ਕਣਕ ਦੀ ਫਸਲ ਵਿੱਚ ਵਾਧਾ ਕਰਕੇ ਦੁਨੀਆ ਨੂੰ ਅਚਰਜ ਵਿੱਚ ਪਾ ਦਿੱਤਾ ਸੀ। ਅੱਜ ਸਾਡੇ ਦੇਸ਼ ਵਿੱਚ ਖੇਤੀ ਅਤੇ ਉਦਯੋਗ ਮੁੱਖ ਆਧਾਰ ਨੇ। ਇਸ ਤੋਂ ਬਾਅਦ ਅਸੀਂ ਇਸ ਦੇ ਨਾਂ ਦੀ ਗੱਲ ਕਰਾਂਗੇ। ਭਾਰਤ ਦੇ ਵੱਖ-ਵੱਖ ਸਮਿਆਂ ਵਿੱਚ ਕੀ ਨਾਂ ਰਹੇ ਆ। ਇਸ ਦਾ ਸਭ ਤੋਂ ਜਿਹੜਾ ਪਹਿਲਾ ਨਾਮ ਸਾਨੂੰ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਉਹ ਸੀ ਹਿਮਾਚਲ ਸੇਤੂ ਪ੍ਰਯਤਮ, ਜਾਣੀ ਕਿ ਉਹ ਭੂਮੀ ਭਾਗ ਜੋ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰਲਾ ਇਲਾਕਾ ਸੀ। ਇਸ ਤੋਂ ਬਾਅਦ ਆਰੀਆ ਜਾਤੀ ਦੇ ਲੋਕਾਂ ਨੇ ਇੱਥੇ ਆ ਕੇ ਰਹਿਣ ਲੱਗੇ, ਉਹਨਾਂ ਨੇ ਇਸ ਦਾ ਨਾਂ ਆਰੀਆਵਰਤ ਰੱਖਿਆ। ਫਿਰ ਭਰਤ ਨਾਮੀ ਰਾਜੇ ਤੋਂ ਇਸ ਦਾ ਨਾਂ ਭਾਰਤ ਪਿਆ। ਈਰਾਨ ਦੇ ਲੋਕਾਂ ਨੇ ਇਸ ਦਾ ਨਾਮ ਹਿੰਦੁਸਤਾਨ, ਯੂਨਾਨੀਆਂ ਨੇ ਇਸ ਦਾ ਨਾਂ ਇੰਡੋਸ ਅਤੇ ਰੋਮਨਾਂ ਨੇ ਫਿਰ ਇਹਨੂੰ ਬਦਲ ਕੇ ਇੰਡਸ ਅਤੇ ਇੰਡੀਆ ਕਰ ਦਿੱਤਾ। ਹੁਣ ਵੀ ਇਸ ਦੇ ਨਾਮ ਇੰਡੀਆ, ਹਿੰਦੁਸਤਾਨ ਅਤੇ ਭਾਰਤ ਆ ਜਿਹੜੇ ਉਹ ਪ੍ਰਚਲਿਤ ਨਾਮ ਨੇ। ਇਸ ਤੋਂ ਬਾਅਦ ਅਸੀਂ ਇਹਦੀ ਸਥਿਤੀ ਬਾਰੇ ਗੱਲ ਕਰਾਂਗੇ। ਤੁਸੀਂ ਨਾਲ ਨਾਲ ਬੇਟਾ ਤਸਵੀਰਾਂ 'ਤੇ ਦੇਖ ਸਕਦੇ ਹੋ। ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਕਿ ਜਿਹੜਾ ਸਾਡਾ ਭਾਰਤ ਹੈ ਇਹਨੂੰ ਸੰਸਾਰ ਵਿੱਚ ਦੱਖਣੀ ਏਸ਼ੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਨੂੰ ਫੈਲਿਆ ਹੋਇਆ ਇੱਕ ਵਿਸ਼ੇਸ਼ ਦੇਸ਼ ਹੈ। ਤੁਸੀਂ ਗਲੋਬ ਦੇ ਉੱਤੇ ਆਪਣੇ ਭਾਰਤ ਦੀ ਤਸਵੀਰ ਹੈ ਜਿਹੜੀ ਦੇਖ ਸਕਦੇ ਹੋ। ਇਸ ਦੇ ਉੱਤਰੀ ਸਿਰੇ 'ਤੇ ਮਹਾਨ ਹਿਮਾਲਿਆ ਦੀ ਦੇਖੋ ਪਰਬਤੀ ਦੀਵਾਰ ਹੈ, ਨਕਸ਼ੇ ਉੱਪਰ ਤੁਸੀਂ ਦੇਖ ਸਕਦੇ ਹੋ। ਔਰ ਇਸ ਦੇ ਦੱਖਣ ਵੱਲ ਵਿਸ਼ਾਲ ਹਿੰਦ ਮਹਾਸਾਗਰ ਹੈ। ਦੱਖਣੀ ਹਿੱਸੇ ਵਿੱਚ ਪ੍ਰਾਇਦੀਪੀ ਪਠਾਰ ਹੋਣ ਕਾਰਨ ਇਸ ਦੀ ਜਿਹੜੀ ਸ਼ਕਲ ਹੈ ਉਹ ਤਿਕੋਣੀ ਬਣਦੀ ਹੈ। ਇਸ ਦੇ ਇੱਕ ਪਾਸੇ ਦੇਖੋ ਅਰਬ ਸਾਗਰ ਹੈ ਔਰ ਦੂਜੇ ਪਾਸੇ ਹੈ ਜਿਹੜਾ ਬੰਗਾਲ ਦੀ ਖਾੜੀ ਹੈ। ਨੀਚੋਂ ਇਹ ਦੱਖਣ ਵਾਲੀ ਸਾਈਡ ਤੋਂ 3 ਪਾਸਿਆਂ ਨਾਲ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਤੋਂ ਅੱਗੇ ਭਾਰਤ ਨੂੰ ਸਾਰਕ ਦੇਸ਼ਾਂ ਵਿੱਚ ਵੀ ਇੱਕ ਮਹੱਤਵਪੂਰਨ ਸਥਾਨ ਹਾਸਲ ਹੈ। ਇਹ 8 ਦੇਸ਼ਾਂ ਦਾ ਰਾਜਨੀਤਿਕ ਅਤੇ ਆਰਥਿਕ ਸੰਗਠਨ ਬਣਿਆ ਹੋਇਆ ਹੈਗਾ, ਜੋ 8 ਦਸੰਬਰ 1905 ਨੂੰ ਬਣਿਆ ਸੀ। ਔਰ ਜਿਹੜਾ ਅਫਗਾਨਿਸਤਾਨ ਹੈ ਉਹ ਅਪ੍ਰੈਲ 2007 ਵਿੱਚ ਇਹਨਾਂ ਦੇ ਨਾਲ ਮਿਲਿਆ ਸੀਗਾ। ਇਹ ਤੁਸੀਂ ਮਾਈਂਡ ਮੈਪ ਦੇਖ ਸਕਦੇ ਹੋ, ਸਾਰਕ ਦੇਸ਼ਾਂ ਦਾ ਬਣਿਆ ਹੋਇਆ, ਤੁਸੀਂ ਬਣਾ ਸਕਦੇ ਹੋ ਆਪਦੀਆਂ ਕਾਪੀਆਂ ਦੇ ਉੱਪਰ।
ਇਸ ਤੋਂ ਬਾਅਦ ਇਸ ਨੂੰ ਸੌਖੇ ਯਾਦ ਰੱਖਣ ਲਈ ਸਾਰਕ ਦੇਸ਼ਾਂ ਨੂੰ ਸਾਡੇ ਕੋਲੇ ਇੱਕ ਤਰੀਕਾ ਹੈਗਾ, ਅਸੀਂ ਯਾਦ ਰੱਖ ਸਕਦੇ ਹਾਂ ਆਪਣੀ MBBS, ਜਿਸ ਤੋਂ A ਤੋਂ ਅਸੀਂ ਅਫਗਾਨਿਸਤਾਨ ਲੈ ਸਕਦੇ ਹਾਂ, P ਤੋਂ ਪਾਕਿਸਤਾਨ, N ਤੋਂ ਨੇਪਾਲ, I ਤੋਂ ਇੰਡੀਆ, M ਤੋਂ ਮਾਲਦੀਵ, B ਤੋਂ ਬੰਗਲਾਦੇਸ਼, B ਤੋਂ ਭੂਟਾਨ, S ਤੋਂ ਸ਼੍ਰੀਲੰਕਾ। ਤਾਂ ਆਪਣੀ MBBS ਵਰਡ ਯਾਦ ਰੱਖ ਕੇ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ। ਇਸ ਤੋਂ ਅੱਗੇ ਆ ਗਿਆ ਸਾਡੇ ਭਾਰਤ ਦਾ ਸਥਾਨਿਕ ਵਿਸਤਾਰ। ਸਥਾਨਿਕ ਵਿਸਥਾਰ ਹੈ ਜਿਹੜਾ, ਇਸ ਦੇ ਮੱਧ ਵਿੱਚ ਦੀ ਕਰਕ ਰੇਖਾ ਲੰਘਣ ਦੇ ਕਰਕੇ ਉਹ ਇਹਨੂੰ ਉੱਤਰੀ ਅਤੇ ਦੱਖਣੀ ਦੋ ਹਿੱਸਿਆਂ ਵਿੱਚ ਵੰਡ ਦਿੰਦੀ ਹੈ। ਜੇ ਅਸੀਂ ਉੱਤਰੀ ਹਿੱਸੇ ਦੀ ਗੱਲ ਕਰੀਏ ਤਾਂ ਉਹ ਦੱਖਣੀ ਭਾਰਤ ਤੋਂ 2 ਗੁਣਾ ਜ਼ਿਆਦਾ ਖੇਤਰ ਆ ਜਿਹੜਾ ਸਾਡਾ ਉੱਤਰੀ ਭਾਗ ਹੈ ਉਹ ਘੇਰਦਾ ਹੈਗਾ। ਇਸ ਤੋਂ ਬਾਅਦ ਤੁਸੀਂ ਅਗਲੇ ਸਲਾਈਡ ਦੇ ਵਿੱਚ ਦੇਖ ਸਕਦੇ ਹੋ ਬੇਟਾ, ਇੰਡੀਆ ਦਾ ਮੈਪ ਬਣਿਆ ਹੋਇਆ ਔਰ ਉਹਦੇ ਉੱਪਰ ਦੱਸਿਆ ਉੱਤਰੀ ਸਿਰਾ ਤੇ ਦੱਖਣੀ ਸਿਰਾ। ਜੇਕਰ ਅਸੀਂ ਉੱਤਰੀ ਸਿਰੇ ਤੋਂ ਕਸ਼ਮੀਰ ਤੋਂ ਲੈ ਕੇ ਧੁਰ ਦੱਖਣੀ ਸਿਰੇ ਤੱਕ ਕੰਨਿਆ ਕੁਮਾਰੀ ਤੱਕ ਇੱਕ ਰੇਖਾ ਖਿੱਚ ਦਈਏ ਤਾਂ ਇਹ 3214 ਕਿਲੋਮੀਟਰ ਹੋਵੇਗੀ। ਔਰ ਜੇਕਰ ਅਸੀਂ ਇਸੇ ਤਰ੍ਹਾਂ ਭਾਰਤ ਦੇ ਪੂਰਬੀ ਸਿਰੇ ਤੋਂ ਪੱਛਮੀ ਸਿਰੇ, ਪੂਰਬੀ ਸਿਰੇ ਅਰੁਣਾਚਲ ਪ੍ਰਦੇਸ਼ ਤੋਂ ਅਤੇ ਪੱਛਮੀ ਸਿਰਾ ਰਨ ਆਫ ਕੱਛ ਗੁਜਰਾਤ ਤੱਕ ਇੱਕ ਸਿੱਧੀ ਰੇਖਾ ਖਿੱਚ ਦਈਏ ਤਾਂ ਇਸ ਦੀ ਲੰਬਾਈ ਹੈ ਜਿਹੜੀ ਉਹ 2933 ਕਿਲੋਮੀਟਰ ਹੋਊਗੀ। ਇੰਨਾ ਵੱਡਾ ਜਿਹੜਾ ਅੰਤਰ ਹੈ, ਇਸ ਦੇ ਕਾਰਨ ਹੀ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ 2 ਘੰਟੇ ਦੀ ਰਾਤ ਆ ਜਿਹੜੀ ਉਹ ਬਾਕੀ ਹੁੰਦੀ ਹੈ। ਇਸ ਦੀ ਇੰਨੀ ਜ਼ਿਆਦਾ ਵਿਸ਼ਾਲਤਾ ਦੇ ਕਾਰਨ ਹੀ ਬੇਟਾ ਇਸ ਨੂੰ ਉਪ ਮਹਾਂਦੀਪ ਦਾ ਦਰਜਾ ਵੀ ਦਿੱਤਾ ਗਿਆ। ਉਪ ਮਹਾਂਦੀਪ ਇੱਕ ਬਹੁਤ ਹੀ ਵਿਸ਼ਾਲ ਤੇ ਸੁਤੰਤਰ ਇਲਾਕਾ ਹੁੰਦਾ ਹੈ ਜਿਸ ਦੇ ਭੂ-ਭਾਗ ਦੀਆਂ ਸੀਮਾਵਾਂ ਵੱਖੋ ਵੱਖਰੀਆਂ ਸਥਲ ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਨੇ, ਜੋ ਕਿ ਇਸ ਨੂੰ ਇਸ ਦੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਨੇ। ਇਸ ਤੋਂ ਅੱਗੇ ਅਸੀਂ ਇਸ ਦੇ ਆਕਾਰ ਅਤੇ ਖੇਤਰਫਲ ਬਾਰੇ ਗੱਲ ਕਰਾਂਗੇ। ਜਿਵੇਂ ਆਪਾਂ ਆਕਾਰ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ, ਜਿਹੜੇ ਸਾਡੇ ਭਾਰਤ ਦਾ ਆਕਾਰ ਹੈ, ਸ਼ਕਲ ਹੈ, ਉਹ ਤਿਕੋਣ ਵਰਗੀ ਹੈ ਤੇ ਸਾਡੇ ਦੇਸ਼ ਦਾ ਇਸ ਦਾ ਕੁੱਲ ਖੇਤਰਫਲ ਹੈ ਜਿਹੜਾ ਉਹ 32,87,782 ਵਰਗ ਕਿਲੋਮੀਟਰ ਹੈ, ਜੋ ਕਿ ਜੇ ਅਸੀਂ ਪੂਰੇ ਸੰਸਾਰ ਦਾ ਸੋਚੀਏ ਤਾਂ 2.2% ਬਣਦਾ ਹੈਗਾ। ਇਸ ਪ੍ਰਕਾਰ ਖੇਤਰਫਲ ਪੱਖੋਂ ਜਿਹੜਾ ਸਾਡਾ ਦੇਸ਼ ਹੈ ਜਿਹੜਾ ਉਹ ਸੰਸਾਰ ਦਾ 7ਵਾਂ ਵੱਡਾ ਦੇਸ਼ ਹੈ। ਤੁਸੀਂ ਮਾਈਂਡ ਮੈਪ ਵਿੱਚ ਦੇਖ ਸਕਦੇ ਹੋ, ਪਹਿਲੇ ਨੰਬਰ 'ਤੇ, ਦੂਜੇ, ਤੀਜੇ 6 ਦੇਸ਼ ਨੇ ਤੇ 7ਵੇਂ ਨੰਬਰ 'ਤੇ ਜਿਹੜਾ ਉਹ ਸਾਡਾ ਦੇਸ਼ ਹੈ। ਜੇ ਅਸੀਂ ਵੱਡੇ ਦੇਸ਼ਾਂ ਦੇ ਮੁਕਾਬਲੇ ਦੇਖੀਏ ਤਾਂ ਇਹ ਰੂਸ ਦੇ 7ਵੇਂ ਹਿੱਸੇ ਦੇ ਤੇ ਕੈਨੇਡਾ ਦੇ ਕੇਵਲ ਤੀਸਰੇ ਹਿੱਸੇ ਦੇ ਬਰਾਬਰ ਹੈ। ਪਰੰਤੂ ਜੇਕਰ ਅਸੀਂ ਇਸ ਨੂੰ ਛੋਟੇ ਦੇਸ਼ਾਂ ਦੇ ਮੁਕਾਬਲੇ ਦੇਖਦੇ ਹਾਂ ਤਾਂ ਇਹ ਇੰਗਲੈਂਡ ਤੋਂ 12 ਗੁਣਾ ਤੇ ਜਾਪਾਨ ਤੋਂ 8 ਗੁਣਾ ਵੱਡਾ ਹੈ। ਇਹ ਖੇਤਰਫਲ ਦੀ ਦ੍ਰਿਸ਼ਟੀ ਤੋਂ ਨਾ ਹੀ ਇਹ ਦੈਂਤ ਵਰਗ ਹੈ ਤੇ ਨਾ ਹੀ ਇਹ ਬੌਣਾ ਹੈਗਾ। ਅੱਗੇ ਇਸ ਦੇ ਗੁਆਂਢੀ ਦੇਸ਼ਾਂ ਦੀ ਗੱਲ ਕਰਾਂਗੇ ਆਪਾਂ। ਭਾਰਤ ਦੀ ਜਿਹੜੀ ਥਲਵਰਤੀ ਸੀਮਾ, ਆਪਾਂ ਇਕੱਲੀ ਥਲਵਰਤੀ ਸੀਮਾ ਦੀ ਗੱਲ ਕਰ ਰਹੇ ਹਾਂ ਪਹਿਲਾਂ। ਭਾਰਤ ਦੀ ਥਲਵਰਤੀ ਸੀਮਾ ਨਾਲ ਕੁੱਲ 7 ਦੇਸ਼ਾਂ ਦੀਆਂ ਸਰਹੱਦਾਂ ਛੂਹਦੀਆਂ ਨੇ। ਆਹ ਤੁਸੀਂ ਇਹਨੂੰ ਮਾਈਂਡ ਮੈਪ ਵਿੱਚ ਵੀ ਦੇਖ ਸਕਦੇ ਹੋ। ਵੈਸੇ ਆਪਾਂ ਗੁਆਂਢੀ ਦੇਸ਼ 8 ਕਹਿ ਦਿੰਦੇ ਹਾਂ। 8ਵਾਂ ਜਿਹੜਾ ਸਾਡਾ ਗੁਆਂਢੀ ਦੇਸ਼ ਉਹ ਸ਼੍ਰੀਲੰਕਾ ਹੈ, ਜੋ ਸਾਨੂੰ ਮਨਾਰ ਦੀ ਖਾੜੀ ਨਾਲ ਸਾਡੇ ਭਾਰਤ ਤੋਂ ਵੱਖ ਹੁੰਦਾ ਹੈਗਾ। ਉਹਦੀ ਜਿਹੜੀ ਸਾਡੇ ਨਾਲ ਥਲ ਸੀਮਾ ਨਹੀਂ ਲੱਗਦੀ। ਇਹ ਅੱਗੇ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ, ਜਿਹੜੇ ਸਾਡੇ ਗੁਆਂਢੀ ਦੇਸ਼ ਨੇ ਉੱਤਰ ਅਤੇ ਉੱਤਰੀ ਪੱਛਮੀ ਦਿਸ਼ਾ ਵਿੱਚ ਦੇਖ ਸਕਦੇ ਹੋ। ਉੱਤਰ ਪੂਰਬ ਅਤੇ ਪੂਰਬ ਵਿੱਚ ਜਿਹੜੇ ਦੇਸ਼ ਨੇ ਉਹ ਦੇਖ ਸਕਦੇ ਹੋ। ਇਹ ਮਾਈਂਡ ਮੈਪ ਤੁਸੀਂ ਭਰ ਵੀ ਸਕਦੇ ਹੋ। ਔਰ ਇਹਨਾਂ ਨੂੰ ਬੇਟਾ ਇੱਕ ਯਾਦ ਰੱਖਣ ਦਾ ਵੀ ਬਹੁਤ ਹੀ ਸੌਖਾ ਤਰੀਕਾ ਹੈਗਾ। ਤੁਸੀਂ ਸੀਮਾ ਭਾਬੀ ਆਪ ਨੱਚੀ, ਇਹ ਲਾਈਨ ਯਾਦ ਰੱਖ ਲਓਗੇ ਤਾਂ ਤੁਹਾਨੂੰ ਜਿਹੜੇ ਗੁਆਂਢੀ ਦੇਸ਼ ਆ ਉਹ ਯਾਦ ਹੋ ਜਾਣਗੇ। ਸੱਸੇ 'ਤੇ ਅਸੀਂ ਕਵਾਂਗੇ ਸ਼੍ਰੀਲੰਕਾ, ਮੰਮੇ 'ਤੇ ਮਨਮਾਰ, ਪੱਬੇ 'ਤੇ ਭੂਟਾਨ, ਬੱਬੇ 'ਤੇ ਬੰਗਲਾਦੇਸ਼, ਆੜੇ 'ਤੇ ਅਫਗਾਨਿਸਤਾਨ, ਪੱਪੇ 'ਤੇ ਪਾਕਿਸਤਾਨ, ਨੰਨੇ 'ਤੇ ਨੇਪਾਲ ਤੇ ਚੱਚੇ 'ਤੇ ਚੀਨ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਇਸ ਦੇ ਰਾਜਨੀਤਿਕ ਪ੍ਰਬੰਧ ਦੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਆਜ਼ਾਦੀ ਤੋਂ ਪਹਿਲਾਂ ਜਿਹੜਾ ਸਾਡਾ ਭਾਰਤ ਸੀ ਉਹ 562 ਰਜਵਾੜਾ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਣ ਉਪਰੰਤ ਭਾਰਤ ਦੇਸ਼ ਨੇ ਸਭ ਤੋਂ ਪਹਿਲਾਂ
ਦੇਸ਼ ਨੂੰ ਇਕਜੁੱਟ ਕਰਨ ਲਈ ਜਿਹੜੇ ਬਹੁਤ ਜ਼ਿਆਦਾ ਵੱਡੇ ਪ੍ਰਾਂਤ ਸੀ ਉਹਨਾਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ, ਔਰ ਜਿਹੜੇ ਬਹੁਤ ਛੋਟੇ ਸੀ ਉਹਨਾਂ ਨੂੰ ਵੱਡਾ ਰੂਪ ਦਿੱਤਾ, ਔਰ ਸਾਰਿਆਂ ਨੂੰ ਭਾਸ਼ਾ ਦੇ ਆਧਾਰ 'ਤੇ ਉਸ ਸਮੇਂ 14 ਰਾਜਾਂ ਅਤੇ 6 ਕੇਂਦਰੀ ਰਾਜਾਂ ਵਿੱਚ ਵੰਡ ਦਿੱਤਾ। ਇਸ ਸਮੇਂ ਸਾਡੇ ਭਾਰਤ ਦੇ 28 ਪ੍ਰਾਂਤ ਨੇ ਅਤੇ 8 ਕੇਂਦਰੀ ਪ੍ਰਬੰਧ ਅਧੀਨ ਖੇਤਰ ਨੇ। ਪਹਿਲਾਂ ਸਾਡੇ 29 ਰਾਜ ਸੀ ਬੇਟਾ, ਔਰ 7 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਦਾਦਰਾ ਨਗਰ ਹਵੇਲੀ ਦੇ ਨਾਲ ਦਮਨ ਅਤੇ ਦਿਊ ਨੂੰ ਜੋੜ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਸਾਡੇ 28 ਪ੍ਰਾਂਤ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਅੱਗੇ ਤੁਸੀਂ ਜਿਹੜਾ ਸਾਡਾ ਨਵਾਂ ਮੈਪ ਆ ਇੰਡੀਆ ਦਾ ਉਹ ਤੁਸੀਂ ਦੇਖ ਸਕਦੇ ਹੋ। ਭਾਰਤ ਹੈ ਕਹਿੰਦਾ ਜਿਹੜਾ ਸਾਡਾ ਵਿਸ਼ਾਲ ਹੋਣ ਕਰਕੇ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਭਿੰਨਤਾਵਾਂ ਉਹ ਮਿਲਦੀਆਂ ਨੇਗੀਆਂ। ਭਿੰਨਤਾਵਾਂ ਦਾ ਤੁਸੀਂ ਮਾਈਂਡ ਮੈਪ ਵੀ ਦੇਖ ਸਕਦੇ ਹੋ। ਵਿਸ਼ਾਲ ਖੇਤਰ, ਇਹ ਸਾਡੇ ਕੋਲ ਅੱਡ ਅਸੀਂ ਇਹਨਾਂ ਦੇ ਪੁਆਇੰਟ ਲਵਾਂਗੇ। ਵਿਸ਼ਾਲ ਖੇਤਰ ਦੇ ਵਿੱਚ ਲੈ ਲਾਂਗੇ ਅਸੀਂ ਜਿਹੜਾ ਸਾਡਾ ਭਾਰਤ ਹੈ, ਪੂਰਬ, ਪੱਛਮ, ਉੱਤਰ, ਦੱਖਣ ਵਿੱਚ ਇਹਦਾ ਕਾਫੀ ਜ਼ਿਆਦਾ ਪਸਾਰ ਹੈ ਅਤੇ ਇਸ ਕਰਕੇ ਇਹਦੇ ਵਿੱਚ ਵੱਧ ਅਨੇਕਤਾਵਾਂ ਮਿਲਣੀਆਂ ਸੁਭਾਵਿਕ ਨੇਗੀਆਂ। ਇਹਦਾ ਵਿਸ਼ਾਲ ਖੇਤਰਫਲ ਹੋਣ ਦੇ ਕਾਰਨ ਹੀ ਇਸ ਨੂੰ ਉਪ ਮਹਾਂਦੀਪ ਦਾ ਦਰਜਾ ਮਿਲਦਾ ਹੈਗਾ। ਇਸ ਤੋਂ ਅੱਗੇ ਅਸੀਂ ਜੇ ਧਰਾਤਲ ਦੀ ਗੱਲ ਕਰੀਏ ਤਾਂ ਧਰਾਤਲ 'ਚ ਸਾਡੇ ਇੱਕ ਪਾਸੇ ਸਾਡੇ ਕੋਲੇ ਪਹਾੜਾਂ ਦੇ ਵਿੱਚ ਪੁਰਾਣੇ ਪਰਬਤ, ਅਰਾਵਲੀ ਪਰਬਤ ਮੌਜੂਦ ਨੇ ਅਤੇ ਨਣ ਜੰਮੇ ਮੋੜਦਾਰ ਪਹਾੜ ਜਿਹੜੇ ਸਾਡੇ ਕੋਲੇ ਹਿਮਾਲਿਆ ਹੈ। ਇਸ ਤਰ੍ਹਾਂ ਸਾਡੇ ਕੋਲ ਦੱਖਣ ਵਿੱਚ ਸਖਤ ਅਤੇ ਪੁਰਾਤਨ ਪਠਾਰਾਂ ਨੇ ਅਤੇ ਇਸੇ ਤਰ੍ਹਾਂ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਨਾਲ ਸਾਡੇ ਕੋਲ ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਅਤੇ ਉਪਜਾਊ ਮੈਦਾਨਾਂ ਦਾ ਨਿਰਮਾਣ ਵੀ ਮਿਲਦਾ ਹੈਗਾ। ਇਦੋਂ ਅੱਗੇ ਆ ਗਿਆ ਇਹਦਾ ਜਲਵਾਯੂ ਹੈ ਜਦੋਂ ਭਾਰਤ ਦੇ ਮੱਧ ਵਿੱਚੋਂ ਦੀ ਕਰਕ ਰੇਖਾ ਲੰਘਣ ਕਾਰਨ ਇਸ ਦੇ ਉੱਤਰੀ ਭਾਗਾਂ ਵਿੱਚ ਸ਼ੀਤ ਊਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਇਸ ਦੇ ਕਈ ਖੇਤਰ ਸਮੁੰਦਰ ਤੋਂ ਦੂਰ ਹੋਣ ਕਾਰਨ ਕਈ ਵਾਰੀ ਮਹਾਂਦੀਪੀ ਜਲਵਾਯੂ ਦਾ ਅਸਰ ਗ੍ਰਹਿਣ ਕਰ ਜਾਂਦੇ ਹਨ, ਜਿਸ ਕਰਕੇ ਤਿੰਨੇ ਪਾਸੇ ਸਮੁੰਦਰਾਂ ਦੀ ਹੋਂਦ ਕਰਕੇ ਤਾਪਮਾਨ ਹੈ ਜਿਹੜਾ ਉਹ 40 ਡਿਗਰੀ ਤੋਂ ਘੱਟ ਹੀ ਰਹਿੰਦਾ ਹੈ। ਵਰਖਾ ਪੱਖੋਂ ਵੀ ਸਾਡੇ ਉੱਤਰ ਪੂਰਬ ਭਾਗ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਸਾਡੇ ਦੇਸ਼ ਵਿੱਚ ਮਸੀ ਨਰਮ ਅਤੇ ਚਿਰਾਪੂੰਜੀ ਸੰਸਾਰ ਦੇ ਸਭ ਤੋਂ ਵੱਧ ਵਰਖਾ ਵਾਲੇ ਇਲਾਕਿਆਂ ਵਿੱਚ ਗਿਣੇ ਜਾਂਦੇ ਹਨ। ਇਸ ਤੋਂ ਅੱਗੇ ਅਸੀਂ ਪ੍ਰਵਾਸ ਦੀ ਗੱਲ ਕਰਾਂਗੇ। ਸਾਡੇ ਦੇਸ਼ ਵਿੱਚ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਕਬੀਲਿਆਂ ਦੇ, ਜਾਤਾਂ ਦੇ, ਧਰਮਾਂ ਦੇ ਲੋਕ ਬਾਹਰ ਦੂਰ ਦੇ ਦੇਸ਼ਾਂ ਤੋਂ ਵੱਖ-ਵੱਖ ਰਸਤਿਆਂ ਰਾਹੀਂ ਸਾਡੇ ਦੇਸ਼ ਵਿੱਚ ਆਉਂਦੇ ਰਹੇ ਆ ਅਤੇ ਵਸਦੇ ਰਹੇ ਆ। ਉਹਨਾਂ ਦੇ ਆਉਣ ਦੇ ਨਾਲ ਹੀ ਸਾਡੀਆਂ ਭਾਸ਼ਾਵਾਂ, ਸਾਡੇ ਸੱਭਿਆਚਾਰ ਉਹ ਵੱਖ-ਵੱਖ ਤਰ੍ਹਾਂ ਦੇ ਸਾਡੇ ਦੇਸ਼ ਵਿੱਚ ਲੈ ਕੇ ਆਉਂਦੇ ਰਹੇ ਆ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਵੱਖ-ਵੱਖ ਲੋਕਾਂ ਦੇ ਵੱਡੇ ਸਮੂਹ ਮਿਲਦੇ ਆ। ਅੱਗੇ ਆ ਗਿਆ ਸੱਭਿਆਚਾਰ। ਜਦੋਂ ਵੱਖ-ਵੱਖ ਇਲਾਕਿਆਂ ਵਿੱਚ ਸਾਡੇ ਵੱਖ-ਵੱਖ ਜਾਤੀਆਂ ਦੇ, ਧਰਮਾਂ ਦੇ ਲੋਕ ਰਹਿੰਦੇ ਆ ਤਾਂ ਉਹਨਾਂ ਦਾ ਜਿਹੜਾ ਰਹਿਣ ਸਹਿਣ, ਪਹਿਰਾਵਾ, ਉਹਨਾਂ ਦਾ ਖਾਣ ਪੀਣ, ਉਹਨਾਂ ਦੇ ਘਰਾਂ ਦੀ ਬਣਤਰ, ਉਹਨਾਂ ਦੇ ਲੋਕ ਨਾਚ, ਉਹਨਾਂ ਦੇ ਮੇਲੇ, ਉਹਨਾਂ ਦੇ ਰੀਤੀ ਰਿਵਾਜ ਸਭ ਜਿਹੜੇ ਹੈ ਸਾਨੂੰ ਵੱਖ-ਵੱਖ ਮਿਲਦੇ ਨੇ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ 22 ਭਾਸ਼ਾਵਾਂ ਨੂੰ ਸਾਡੇ ਦੇਸ਼ ਦੇ ਵਿੱਚ ਮਾਨਤਾ ਦਿੱਤੀ ਗਈ ਹੈ। ਇਸ ਤੋਂ ਅੱਗੇ ਸਾਡੇ ਦੇਸ਼ ਵਿੱਚ ਇੰਨੀਆਂ ਸਾਰੀਆਂ ਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਅਨੇਕਤਾ ਵਿੱਚ ਏਕਤਾ ਅਸੀਂ ਆਪਣੇ ਦੇਸ਼ ਵਿੱਚ ਕਹਿ ਦਿੰਦੇ ਹਾਂ। ਸਾਡਾ ਭਾਰਤ ਹੈ ਕਹਿੰਦਾ ਜਿਹੜਾ ਉਹ ਅਨੇਕਤਾਵਾਂ ਦਾ ਦੇਸ਼ ਹੈ। ਇਸ ਦੇ ਵਿੱਚ ਸਾਨੂੰ ਕੁਦਰਤੀ ਤੌਰ 'ਤੇ ਵੀ ਦੇਖੋ ਕਿਤੇ ਪਹਾੜ, ਕਿਤੇ ਪਠਾਰ, ਕਿਤੇ ਮੈਦਾਨ, ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਅਤੇ ਸੱਭਿਆਚਾਰਕ ਤੌਰ 'ਤੇ ਵੀ ਸਾਨੂੰ ਭਿੰਨਤਾਵਾਂ ਮਿਲਦੀਆਂ ਨੇ। ਇੰਨੀਆਂ ਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਸਾਡੇ ਭਾਰਤੀ ਸਮਾਜ ਵਿੱਚ ਲੋਕ ਆ ਜਿਹੜੇ ਉਹ ਵਿਲੱਖਣ ਏਕਤਾ ਦੀ ਮਿਸਾਲ ਪੈਦਾ ਕਰਦੇ ਨੇ। ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੇ ਦੇਸ਼ ਨੂੰ ਏਕਤਾ ਪ੍ਰਦਾਨ ਕਰਦੀਆਂ ਨੇ ਉਹ ਅਸੀਂ ਦੇਖਾਂਗੇ ਬੇਟਾ ਅੱਗੇ ਮਾਈਂਡ ਮੈਪ ਵਿੱਚ। ਇਹ ਆ ਗਿਆ ਸਾਡਾ ਅੱਗੇ ਮਾਈਂਡ ਮੈਪ। ਇਹਦੇ ਵਿੱਚ ਦੇਖਦੇ ਹਾਂ ਅਸੀਂ ਕੀ ਹੈ ਮਾਨਸੂਨੀ ਰੁੱਤਾਂ ਨੇਗੀਆਂ। ਮਾਨਸੂਨੀ ਰੁੱਤਾਂ ਨੇ ਜਿਹੜੀਆਂ ਸਾਡੇ ਦੇਸ਼ ਵਿੱਚ ਜ਼ਿਆਦਾ ਜਿਹੜੀ ਖੇਤੀਬਾੜੀ ਇਹ ਹੁੰਦੀ ਹੈ, ਔਰ ਖੇਤੀਬਾੜੀ ਹੈ ਜਿਹੜੀ ਸਾਡੀ ਉਹ ਮਾਨਸੂਨ ਪਾਉਣਾ ਅਤੇ ਵਰਖਾ 'ਤੇ ਹੀ ਨਿਰਭਰ ਕਰਦੀ ਹੈ। ਇਸ ਤਰ੍ਹਾਂ ਸਾਡੇ ਦੇਸ਼ ਦੇ ਸਾਰੇ ਲੋਕ ਆ ਜਿਹੜੇ ਉਹ ਮਾਨਸੂਨ ਪਾਉਣਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ
ਫਿਰ ਅੱਗੇ ਆ ਗਈ ਸਾਡੀ ਧਾਰਮਿਕ ਸੰਸਕ੍ਰਿਤੀ। ਇਹ 'ਚ ਅਸੀਂ ਅੱਗੇ 2 ਲੈ ਜਾਾਂਗੇ ਪੁਆਇੰਟ, ਸਾਡੇ ਧਰਮ ਸਥਾਨ ਤੇ ਧਾਰਮਿਕ ਸੰਤ ਤੇ ਭਗਤ। ਸਾਡੇ ਜਿਹੜੇ ਧਰਮ ਸਥਾਨ ਨੇ, ਸਾਡੇ ਦੇਸ਼ ਵਿੱਚ ਅਨੇਕਾਂ ਧਰਮ ਪ੍ਰਚਲਿਤ ਨੇ, ਇਹਨਾਂ ਨੂੰ ਮੰਨਣ ਵਾਲੇ ਸ਼ਰਧਾਲੂ ਵੀ ਸਾਡੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਆ। ਇਹਨਾਂ ਦੇ ਕੇਂਦਰ ਆ ਜਿਹੜੇ ਅਲੱਗ-ਅਲੱਗ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਇਕੱਠਾ ਕਰਦੇ ਨੇ ਅਤੇ ਧਾਰਮਿਕ ਇਕੱਠ ਰਾਹੀਂ ਇਹ ਇਕਾਗਰਤਾ ਦੀ ਭਾਵਨਾ ਜਿਹੜੀ ਉਹ ਜਾਗਰਿਤ ਕਰਦੇ ਨੇ। ਔਰ ਦਿਲਚਸਪ ਗੱਲ ਇਹ ਹੈ ਕਿ ਚਾਹੇ ਉਹ ਹਿੰਦੂ ਦੇਵੀ ਦੇਵਤਿਆਂ ਦੇ ਮੰਦਰ ਹੋਣ, ਚਾਹੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਹੋਣ, ਚਾਹੇ ਗੁਰਦੁਆਰੇ ਹੋਣ, ਪਰ ਸਭ ਥਾਵਾਂ ਉੱਤੇ ਸਾਡੇ ਹਿੰਦੂ, ਮੁਸਲਿਮ, ਸਿੱਖ ਆਦਿ ਧਰਮ ਦੇ ਲੋਕ ਮਿਲ ਕੇ ਪੂਜਾ ਕਰਦੇ ਦੇਖੇ ਜਾਂਦੇ ਹਨ, ਜੋ ਕਿ ਇੱਕ ਸਾਂਝ ਦੀ ਕਮਾਲ ਦੀ ਉਦਾਹਰਣ ਹੈ। ਫਿਰ ਆ ਗਏ ਸਾਡੇ ਧਾਰਮਿਕ ਸੰਤ ਅਤੇ ਭਗਤ। ਧਾਰਮਿਕ ਸਥਾਨਾਂ ਤੋਂ ਇਲਾਵਾ ਜਿਹੜੇ ਸਾਡੇ ਧਾਰਮਿਕ ਗੁਰੂ, ਪੀਰ, ਪੈਗੰਬਰ ਨੇ, ਉਹਨਾਂ ਨੇ ਵੀ ਸਾਡੇ ਵਿੱਚ ਭਾਈਚਾਰਕ ਏਕਤਾ ਦੀ ਭਾਵਨਾ ਪੈਦਾ ਕੀਤੀ ਹੈ। ਉਹਨਾਂ ਨੇ ਵੀ ਸਾਨੂੰ ਭਗਤ ਕਬੀਰ ਜੀ ਹੈ, ਜਿਵੇਂ ਗੁਰੂ ਨਾਨਕ ਦੇਵ ਜੀ, ਤੁਕਾਰਾਮ ਜੀ, ਸੂਰਦਾਸ, ਚਿਸ਼ਤੀ, ਰਾਮਾਨੁਜ ਜਿਹੇ ਸੰਤਾਂ ਨੇ ਮਨੁੱਖੀ ਜਾਤੀ ਨੂੰ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਸ ਚੀਜ਼ ਦੀ ਇੱਕ ਵਿਲੱਖਣ ਸਾਨੂੰ ਉਦਾਹਰਨ ਮਿਲਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਹੀ ਅਲੱਗ-ਅਲੱਗ ਖੇਤਰਾਂ ਦੇ ਸੂਫੀ ਸੰਤਾਂ, ਗੁਰੂਆਂ, ਪੀਰਾਂ, ਪੈਗੰਬਰਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ। ਇਸ ਤੋਂ ਅੱਗੇ ਅਸੀਂ ਲਵਾਂਗੇ ਭਾਸ਼ਾ ਅਤੇ ਲੋਕ ਕਲਾ। ਸਾਡੇ ਦੇਸ਼ ਦੇ ਵਿੱਚ ਵੱਖੋ-ਵੱਖ ਭਾਸ਼ਾ ਅਤੇ ਲੋਕ ਕਲਾਵਾਂ ਨੇਗੀਆਂ। ਇਸ ਤੋਂ ਇਲਾਵਾ ਸਾਡੇ ਦੇਸ਼ ਦਾ ਜਿਹੜਾ ਪੁਰਾਣਾ ਮੂਲ ਆਧਾਰ ਹੈਗਾ ਉਹ ਸਾਡੀ ਸੰਸਕ੍ਰਿਤ ਭਾਸ਼ਾ ਰਹੀ ਹੈ। ਸਾਡੇ ਭਾਵੇਂ ਭਾਸ਼ਾ ਸਾਡੀ ਅਲੱਗ ਹੈ, ਪਰ ਵੱਖ-ਵੱਖ ਸਮੇਂ 'ਤੇ ਸਾਡੇ ਜਿਹੜੇ ਗਾਏ ਜਾਣ ਵਾਲੇ ਲੋਕ ਗੀਤ, ਉਹਨਾਂ ਦੇ ਨਾਮ ਅਲੱਗ ਨੇ, ਪਰ ਉਹ ਹੈ ਭਾਵਨਾ ਜਿਹੜੀ ਇੱਕੋ ਜਿਹੀ ਹੈ। ਜੇ ਅਸੀਂ ਮਾਨਸੂਨ ਦੇ ਸੰਬੰਧ ਦੇ ਵਿੱਚ ਲੈ ਲਈਏ ਤਾਂ ਜਦੋਂ ਵੀ ਮਾਨਸੂਨ ਦੀ ਰੁੱਤ ਹੁੰਦੀ ਹੈ, ਸਾਵਣ ਦਾ ਮਹੀਨਾ ਹੁੰਦਾ ਹੈ, ਤਾਂ ਪੰਜਾਬ ਦੇ ਵਿੱਚ ਤੀਆਂ, ਹਰਿਆਣੇ ਦੇ ਵਿੱਚ ਸਾਵਨ, ਭੋਜਪੁਰੀ ਦੇ ਵਿੱਚ ਕਜਰੀ, ਬ੍ਰਜ ਦੇ ਵਿੱਚ ਮਲਹਾਰ ਆਦਿ ਦੇ ਰੂਪ ਵਿੱਚ ਪ੍ਰਚਲਿਤ ਨੇ। ਸਾਡੀਆਂ ਲੋਕ ਕਲਾਵਾਂ, ਸਾਡੀਆਂ ਲਲਿਤ ਕਲਾਵਾਂ ਵਿੱਚ ਵੀਰ ਰਸ ਵਾਲੀਆਂ ਲੋਕ ਗਥਾਵਾਂ, ਲੋਕ ਨਾਚ, ਇਹ ਜਦੋਂ ਪੇਸ਼ ਕੀਤੇ ਜਾਂਦੇ ਨੇ ਟੀਵੀ ਜ਼ਰੀਏ, ਇੰਟਰਨੈਟ ਦੇ ਜ਼ਰੀਏ, ਤਾਂ ਸਾਡੇ ਵਿੱਚ ਆਪਸੀ ਆਦਾਨ ਪ੍ਰਦਾਨ ਦੀ ਭਾਵਨਾ, ਇੱਕ ਸੁਰਤਾ ਦੀ ਭਾਵਨਾ ਜਿਹੜੀ ਉਹ ਪੈਦਾ ਕਰਦੇ ਨੇ। ਅੱਗੇ ਸਾਡਾ ਆ ਗਿਆ ਆਵਾਜਾਈ ਅਤੇ ਸੰਚਾਰ ਦੇ ਸਾਧਨ। ਇਹ ਸਭ ਤੋਂ ਮੇਨ ਹੈ ਜਿਹੜਾ ਸਾਨੂੰ ਅਨੇਕਤਾ ਵਿੱਚ ਏਕਤਾ ਪੈਦਾ ਕਰਦਾ ਹੈ। ਆਵਾਜਾਈ ਨੇ, ਸਾਡੀ ਆਵਾਜਾਈ ਦੇ ਜਿਹੜੇ ਸਾਧਨ ਨੇ, ਇਹਨਾਂ ਨੂੰ ਸਾਨੂੰ ਇੱਕ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ, ਕਿਉਂਕਿ ਰੇਲਾਂ, ਸੜਕਾਂ ਨੇ ਸਾਨੂੰ ਪਿੰਡਾਂ, ਸ਼ਹਿਰਾਂ, ਦੂਰ ਦੁਰਾਡੇ ਦੇ ਪਹਾੜੀ ਇਲਾਕਿਆਂ ਨਾਲ ਵੀ ਸਾਨੂੰ ਜੋੜਤਾ। ਫਿਰ ਇਸੇ ਤਰ੍ਹਾਂ ਅਖਬਾਰ, ਟੀਵੀ, ਮੈਗਜ਼ੀਨਾਂ ਨੇ ਵੀ ਸਾਨੂੰ ਦੂਰ ਦਰੇਡੇ ਤੋਂ ਇੱਕ ਕਰ ਦਿੱਤਾ, ਇੱਕ ਦੂਜੇ ਨੂੰ ਜੋੜਿਆ ਗਾ। ਅੱਗੇ ਆ ਗਈ ਸਥਾਨ ਬਦਲੀ। ਸਥਾਨ ਬਦਲੀ ਨਾਲ ਵੀ ਅਨੇਕਤਾ ਵਿੱਚ ਏਕਤਾ ਪੈਦਾ ਹੁੰਦੀ ਹੈ, ਕਿਉਂਕਿ ਜਦੋਂ ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਕੇ ਵਸਣ ਵਾਲੇ ਲੋਕ ਬਾਕੀ ਧਰਮਾਂ ਦੇ ਨਾਲ, ਲੋਕਾਂ ਦੇ ਨਾਲ ਜਾ ਕੇ ਆਪੋ ਆਪਣੀਆਂ ਬਸਤੀਆਂ ਬਣਾ ਕੇ, ਘਰ ਬਣਾ ਕੇ ਰਹਿੰਦੇ ਆ, ਤਾਂ ਉਹ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਸਮਾਜ ਦੇ ਜਿਹੜੇ ਲੋਕ ਨੇ ਇਕੱਠੇ ਸਮੂਹ ਬਣਾ ਕੇ ਰਹਿੰਦੇ ਨੇ ਅਤੇ ਇੱਕ ਦੂਜੇ ਦੇ ਵਿੱਚ ਆਪੋ ਆਪਣਾ ਜਿਹੜੀ ਭਾਈਚਾਰਕ ਸਾਂਝ ਹੈ ਉਹਦਾ ਵਾਧਾ ਕਰਦੇ ਨੇ। ਇਸੇ ਤਰ੍ਹਾਂ ਬੇਟਾ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਭਾਰਤ ਅੰਦਰ ਅਨੇਕ ਹੀ ਅਨੇਕਤਾਵਾਂ ਹੁੰਦੇ ਹੋਏ ਫਿਰ ਵੀ ਏਕਤਾ ਮਿਲਦੀ ਹੈ। ਇਹ ਸਾਡਾ ਬੇਟਾ ਜਿਹੜਾ ਭਾਰਤ ਨਾਲ ਇੱਕ ਜਾਣ ਪਛਾਣ, ਸਾਡਾ ਪਾਠ ਕੰਪਲੀਟ ਹੋ ਗਿਆ। ਅੱਗੇ ਅਸੀਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ। ਜਿਹੜੇ ਪ੍ਰਸ਼ਨ ਉੱਤਰ ਹੈ ਉਹ ਤੁਸੀਂ ਆਪ ਹੀ ਦੇਖੋ, ਖੁਦ ਦੇਖ ਕੇ ਕਰ ਸਕਦੇ ਹੋ। ਭਾਰਤ ਦਾ ਆਧੁਨਿਕ ਨਾਮ ਇੰਡੀਆ ਕਿਸ ਧਾਰਨਾ 'ਤੇ ਆਧਾਰਿਤ ਹੈ? ਨਾਮ ਇੰਡੀਆ ਸਿੰਧੂ ਨਦੀ ਤੋਂ ਪਿਆ। ਧਰਤੀ ਉੱਤੇ ਭਾਰਤ ਦੀ ਕੀ ਸਥਿਤੀ? ਧਰਤੀ ਭਾਰਤ ਉੱਤੇ ਅਰਧ ਗੋਲੇ ਵਿੱਚ ਸਥਿਤ ਹੈ। ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੇਂਦਰੀ ਸਥਿਤੀ ਹੈ। ਭਾਰਤ ਦਾ ਖੇਤਰਫਲ ਕਿੰਨਾ ਹੈ? ਭਾਰਤ ਦੇ ਉੱਤਰੀ, ਦੱਖਣੀ ਅਤੇ ਪੂਰਬ ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ? ਭਾਰਤ ਦੀਆਂ ਥਲਵਰਤੀ, ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਨੇ? ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ? ਅੱਜ ਦੇ ਭਾਰਤ ਦੀ ਪ੍ਰਬੰਧਕੀ ਵੰਡ ਕੀ ਹੈ? ਦੇਸ਼ ਦੇ ਮੁੱਖ ਧਾਰਮਿਕ ਸਥਾਨ? ਉਪ ਮਹਾਂਦੀਪ ਕੀ ਹੁੰਦਾ ਹੈ? ਕੀ ਭਾਰਤ ਇੱਕ ਉਪ ਮਹਾਂਦੀਪ ਹੈ?
ਭਾਰਤੀ ਸੱਭਿਆਚਾਰ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਨੇ। ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ। ਫਿਰ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਆ ਗਏ, ਟਿਕ ਮਾਰਕ ਆ ਗਏ, ਇਹਨਾਂ ਨੂੰ ਤੁਸੀਂ ਕਰ ਸਕਦੇ ਹੋ ਖੁਦ ਹੀ। ਸਹੀ ਗਲਤ ਆ ਗਏ, ਮੇਲ ਮਿਲਾਓ ਆ ਗਏ। ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਦੀ ਕਾਪੀ ਦੇ ਉੱਪਰ ਨੋਟ ਕਰ ਸਕਦੇ ਹੋ। ਇਹ ਪੂਰੇ ਪਾਠ ਦਾ ਨਿਚੋੜ ਜਿਹੜੇ ਮੇਨ ਪ੍ਰਸ਼ਨ ਸੀ ਉਹ ਆਪਾਂ ਕਰ ਲਏ ਆ। ਅਗਲੇ ਪਾਠ ਵਿੱਚ ਫੇਰ ਮਿਲਾਂਗੇ। ਧੰਨਵਾਦ ਸਾਰਿਆਂ ਦਾ।